अस्सलामुअलैकुम। वालेकुम सलाम बिस्मिल्लाह जी। चाचू जी की हाल है ਤੁਹਾਡਾ? अल्लाह का शुक्र है, दुआवां ने अल्लाह पाक दे एहसान ने तुहाड़ियां दुआवां नाल जूने आ। ਤੇ अल्लाह पाक ਕੀ दियां। ਨਾਂ ਹੈ ਮੇਰੇ ਚਾਚੂ ਦਾ अरशाद अहमद जी, ਤੇ ਪਿੰਡ ਕਿਹੜਾ ਜੇ? पिंड गिल्लांवाला, तहसील पसरूर, जिला सियालकोट, थाना फलौरा। ਠੀਕ ਤੇ ਹੋ ਗਿਆ। डेरा साडा अल कुंडे, ਅੱਛਾ जिन्हां ਅਲ नूं कुंडे आंदे ने। ਅਲ ਕੁੰਡੇ ਠੀਕ ਹੋ ਗਿਆ। हाँ जी, अल्लाह ने इत्थे बेबा। ਸਹੀ ਹੈ ਚਾਚੂ ਜੀ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਜਾਨਵਰ ਰੱਖਦੇ ਆ? ਇਹ ਜੀ ਮੇਰੀ ਉਮਰ 1947 ਦੀ ਪੈਦਾਇਸ਼ ਹਾਂ ਤੇ 72-73 ਸਾਲ ਉਮਰ ਹੋ ਗਈ ਹੈ। ਮਾਸ਼ਾਅੱਲਾ ਜਦੋਂ ਪਾਕਿਸਤਾਨ ਬਣਿਆ ਉਦੋਂ ਪੈਦਾ ਹੋਏ? ਉਦੋਂ ਪੈਦਾ ਹੋਏ। ਮੇਰੀ ਅੱਲਾ ਬਖਸ਼ ਵਾਲਦਾ ਦੱਸਦੀ ਹੁੰਦੀ ਸੀ ਜੀ ਕਿ ਤੂੰ ਉਦੋਂ ਪੈਦਾ ਹੋਇਆ। ਸਹੀ ਹੈ। ਤੇ ਉਦੋਂ ਤੋਂ ਤੁਰ ਕੇ 5-7 ਸਾਲ ਬਾਅਦ ਜਿਉਂ ਹੋਸ਼ ਸਾਂਭੀ ਉਦੋਂ ਦਾ ਇਹੀ ਕਾਰੋਬਾਰ ਕਰਨੇ ਆ, ਜ਼ਿਮੀਂਦਾਰੀ। ਤੇ ਫਿਰ ਤੇ ਤੁਸੀਂ ਬਹੁਤ ਪੁਰਾਣਾ ਜਿਹੜਾ ਵੀ ਇਹ ਕੰਮ ਕਰਦੇ ਹੋ ਪਏ, ਹਾਂਜੀ, ਯਾਨੀ ਕਿ ਹੋਸ਼ ਸੰਭਾਲੀ 7-8 ਸਾਲ ਤੋਂ ਸ਼ੁਰੂ ਹੋ ਗਏ, ਹਾਂਜੀ ਉਦੋਂ ਦਾ ਇਹ ਕੰਮ ਰੱਖਿਆ? ਇਹੋ ਹੀ ਕੰਮ ਕਰਨੇ ਆ ਜੀ। ਮੈਂ ਛੋਟਾ ਸਾਰਾ ਸਾਂ ਜਦੋਂ ਹਾਲ ਵਾਹਣ ਲੱਗਾ ਹੂੰ ਤੇ ਮੇਰੀ ਵਾਲਦਾ ਬੰਨੇ ਬਹਿ ਰਹਿੰਦੀ ਹੁੰਦੀ ਸੀ ਤੇ ਆਂਦੀ ਹੁੰਦੀ ਸੀ ਇਹ ਸੁਹਾਗਾ ਜਦੋਂ ਮਾਰਦੇ ਸਨ ਤੇ ਆਂਦੀ ਸੀ ਵੀ ਡਿੱਗ ਨਾ ਜਾਏ ਥੱਲੇ। ਕੀ ਬਾਤ ਕੀ ਬਾਤ, ਉਦੋਂ ਦੇ ਕੰਮ ਕਰਦੇ ਹੋ ਪਏ? ਤੇ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਅੱਲਾਹ ਪਾਕ ਆਮੀਨ। ਉਹਨਾਂ ਤੇ ਰਹਿਮਤ ਕਰੇ। ਉਹ ਜਿੰਨਾ ਤੱਕ ਅਸੀਂ ਸੁਹਾਗਾ ਮਾਰਦੇ ਰਹਿੰਦੇ ਸਾਂ ਦੋਏ ਭਾਈ, ਉਹਨਾਂ ਤੱਕ ਉਹ ਬੰਨੇ ਬਹਿ ਰਹਿੰਦੀ ਸੀ ਤੇ ਵੇਂਦੀ ਸੀ ਕਿ ਇਹ ਕਿਤੇ ਥੱਲੇ ਨਾ ਡਿੱਗ ਕੇ ਤੇ ਇਹਦੀ ਕੋਈ ਲੱਤ ਨਾ ਟੁੱਟ ਜਾਏ। ਤੇ ਚਾਚੂ ਜੀ ਅੱਜ ਨਿਚੋੜ ਕੱਢਣਾ ਜੇ ਆਪਣੇ ਇਸ ਕੰਮ ਦਾ ਕਿ ਇਹ ਜਿਹੜਾ ਤੁਸੀਂ ਡੰਗਰ ਰੱਖੇ ਨੇ, ਜਾਨਵਰ ਰੱਖੇ ਨੇ, ਹਾਂਜੀ ਹਾਂਜੀ, ਇਸ ਗੱਲ ਦਾ ਨਿਚੋੜ ਕੱਢਣਾ ਜੇ ਕਿ ਇਹਨਾਂ ਦੀ ਕਿਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਰੱਖਣੇ ਚਾਹੀਦੇ ਨੇ? ਇਹਨਾਂ ਦੀ ਸੇਵਾ ਜੀ ਫਿਲਹਾਲ ਅਸੀਂ ਤੇ ਇਹ ਹੀ ਕਰਨੇ ਆ ਕਿ ਸਾਡੇ ਕੋਲ ਜ਼ਿਮੀਂਦਾਰੀ ਕਾਰੋਬਾਰ ਵਿੱਚ ਕਣਕ ਬਹੁਤ ਜ਼ਿਆਦਾ ਹੁੰਦੀ ਏ ਤੇ ਮੁੰਜੀਆਂ ਵੀ ਤੇ ਬਾਕੀ ਫਸਲ ਵੀ, ਕਮਾਦ ਵੀ। ਪੱਠਾ ਸਾਰਾ ਆਪਣਾ ਤੇ ਤੁਹਾਡਾ? ਪੱਠਾ ਜਿਹੜਾ ਹੈ ਉਹ ਆਪਣਾ ਪਾਉਂਦੇ ਜੇ, ਔਰ ਅਗਰ ਘਟ ਜਾਏ ਤੇ ਫਿਰ ਕਿਤੋਂ ਮੁੱਲ ਲੈ ਕੇ ਪਰਾਲੀ ਜਾਂ ਤੂੜੀ ਉਹਦੇ 'ਚ ਪਾ ਕੇ ਖਾਤਾ ਪੂਰਾ ਕਰ ਲਈਦਾ ਸਹੀ ਹੈ। ਤੇ ਉਹਦੇ ਨਾਲ ਗੁਜ਼ਾਰਾ ਚੱਲ ਜਾਂਦਾ ਹੈ। ਤੇ ਸਹੀ ਹੋ ਮਾਲ ਗਿਆ। ਸਾਡੇ ਕੋਲ ਚੋਖਾ ਬੜਾ 60-70-80 ਡੰਗਰ ਨੇ। 60-70 ਡੰਗਰ? ਹਾਂਜੀ, ਠੀਕ ਹੋ ਦੋ ਗਿਆ। ਭਰਾਵਾਂ ਕੋਲ। ਤੇ ਇਹ ਮਿਕਸ ਹੀ ਆਪਣਾ ਵਿੱਚ ਗਾਵਾਂ ਮੱਝਾਂ? ਗਾਵਾਂ ਮੱਝਾਂ ਵਿੱਚ ਮਿਕਸੀ ਨੇ, ਵਿੱਚ ਉਹ ਵੇਚ ਛੜੀ ਦਾ ਕੋਈ ਲੈ ਵੀ ਦਾ ਕਦੇ ਕਿਤੇ ਜ਼ਰੂਰਤ ਦੇ ਹਿਸਾਬ ਨਾਲ। ਠੀਕ ਹੋ ਗਿਆ। ਤੇ ਮਾਸ਼ਾਅੱਲਾ ਕਿੰਨਾ ਦੁੱਧ ਹੋ ਜਾਂਦਾ ਤੁਹਾਡਾ ਡੇਲੀ ਦਾ? ਦੁੱਧ ਤਕਰੀਬਨ ਸਾਡਾ ਕੋਈ 3-4 ਮਣ ਦੇ ਅੱਗੇ ਪਿੱਛੇ ਹੁੰਦਾ ਹੈ। ਇਹ ਵਿੱਚ ਨਿੱਕੇ ਛੋਟੇ ਬੱਚੇ ਨੇ ਨਾ ਡੰਗਰ ਜਿਹੜੇ ਉਹਨਾਂ ਦੇ ਜਾਰ ਨੇ ਤੇ ਕੁਛ ਨਾਲ ਪਿਛਲੇ ਸੂਏ ਦੇ ਸਹੀ ਹੈ। ਉਹ ਰੱਖੇ ਦੇ ਨੇ ਕਿ ਇਹ ਵੱਡੇ ਹੋਣਗੇ ਤੇ ਇਹਨਾਂ ਦੇ ਵਿੱਚੋਂ ਕੋਈ ਮੱਝ ਬਣ ਜਾਏਗੀ, ਕੋਈ ਗਾਂ ਬਣ ਜਾਏਗੀ। ਇਸ ਲਈ ਮੈਂ ਪੁੱਛਣਾ ਚਾਹੁੰਦਾ ਪਿਆ ਕਿ ਜਿਹੜੇ ਤੁਹਾਡੇ ਡੰਗਰ ਨੇ ਉਹ ਜਿਹੜੇ ਤਾਜ਼ਾ ਸੂਏ ਨੇ ਉਹ ਵੀ ਵਿੱਚ ਹੀ ਤੇ ਜਿਹੜੇ ਸਾਰੇ ਵਿੱਚ ਹੀ? ਹਾਂਜੀ, ਬੇ ਵੀ ਤੇ ਤਾਜ਼ੇ ਸਵੇਰ ਤੇ ਸ਼ਾਮ ਦੋਵਾਂ ਦਾ ਮਿਲਾ ਕੇ ਦੱਸਿਆ? ਦੋਵਾਂ ਦਾ। ਠੀਕ ਹੋ ਗਿਆ। ਤੇ ਕਿੰਨੇ ਬੰਦੇ ਸਾਂਭਣ ਹੋ? ਬੰਦੇ ਜੀ 3 ਤੇ 3 6 ਬੰਦੇ ਆ। 6 ਬੰਦੇ ਸਾਂਭਣ ਨੇ ਹਾਂਜੀ। 60 ਤੋਂ 17 ਡੰਗਰਾਂ ਨੂੰ? ਹਾਂਜੀ ਹਾਂਜੀ, ਵਿੱਚ ਤੁਹਾਡੇ ਕੋਲ ਛੋਟੇ ਵੇਖਿਆ ਬੱਕਰੀਆਂ ਵੀ ਨੇ, ਕੁਛ ਹੋਰ ਜਾਨਵਰ ਵੀ ਨੇ ਵਿੱਚ, ਮੁਰਗੀਆਂ ਸ਼ੁਰਗੀਆਂ ਵੀ ਰੱਖੀਆਂ ਨੇ? ਹਾਂਜੀ, ਮੁਰਗੀਆਂ, ਕਬੂਤਰ ਜੀ, ਜਾਂ ਕੁੱਤੇ ਠੀਕ ਹੋ ਗਿਆ। ਤੇ ਡੰਗਰ, ਹਰ ਸ਼ਹਿਰ ਦਾ ਸਾਡੇ ਕੋਲ ਜਨਾਬ ਨਿਜ਼ਾਮ ਅੱਲਾਹ ਪਾਕ ਨੇ ਦਿੱਤਾ ਦਾ। ਸਹੀ ਹੋ ਗਿਆ। ਜੀ। ਅੱਛਾ ਚਾਚੂ ਜੀ, ਅਸੀਂ ਪੁੱਛਾਂਗੇ ਕਿ ਕੁਝ ਬਿਮਾਰੀਆਂ ਜਾਨਵਰਾਂ ਨੂੰ ਲੱਗਦੀਆਂ ਨੇ ਅੱਜ ਕੱਲ੍ਹ ਦੇ ਦੌਰ ਵਿੱਚ, ਹਾਂਜੀ ਜਦੋਂ ਬਹੁਤੀ ਸਰਦੀ ਆਈ ਜਾਂਦੀ ਹੈ ਜੀ ਜੀ ਜਾਂ ਉਂਝ ਕੋਈ ਵਬਾ ਆ ਜਾਂਦੀ ਹੈ। ਜੀ ਜੀ। ਹੁਣ ਪਹਿਲੇ ਤੁਸੀਂ ਦੱਸਣਾ ਕਿ ਜਾਨਵਰਾਂ ਨੂੰ ਸਰਦੀ ਤੋਂ ਤੁਸੀਂ ਕਿਸ ਤਰ੍ਹਾਂ ਬਚਾਉਂਦੇ ਹੋ ਪਏ? ਸਰਦੀ ਤੋਂ ਜਨਾਬ ਇਸ ਤਰ੍ਹਾਂ ਬਚਾ ਲਈਦਾ ਹੈ ਕਿ ਜਿਸ ਵਕਤ ਸਰਦੀ ਜ਼ਿਆਦਾ ਲੱਗਦੀ ਹੈ ਉਸ ਵੇਲੇ ਅੰਦਰ ਬੰਨ੍ਹ ਲਈਦਾ। ਅੱਛਾ। ਤੇ ਜਿਉਂ ਹੀ ਅੰਦਰ ਬੰਨੀਦਾ ਹੈ ਤੇ ਉਹਨਾਂ ਦਾ ਵਜੂਦ ਗਰਮ ਹੁੰਦਾ ਤੇ ਫਿਰ ਉਹ ਸਰਦੀ ਜਿਹੜੀ ਆ ਘਟ ਜਾਂਦੀ ਹੈ। ਠੀਕ ਹੋ ਗਿਆ। ਤੇ ਜੇ ਸਰਦੀ ਘੱਟ ਹੋਏ ਹਾਂ ਤੇ ਫਿਰ ਇਹ ਧੁੱਪ 'ਚ ਬੰਨੀਦਾ, ਜ਼ਿਆਦਾ ਲੱਗਦੀ ਹੋਏ ਨਾ ਜਿਉਂ ਹੀ, ਤੇ ਫਿਰ ਉਹਨਾਂ ਨੂੰ ਇਹ ਧੁੱਪ 'ਚ ਬੰਨੀਦਾ, ਵਜੂਦ ਗਰਮ ਹੋ ਜਾਂਦਾ, ਫਿਰ ਉਹ ਤਾਜ਼ੇ ਹੋ ਜਾਂਦੇ ਨੇ। ਸਹੀ ਹੋ ਗਿਆ। ਹਾਂਜੀ, ਤੇ ਸਾਰੇ ਜਾਨਵਰ ਨੇ ਇੱਕ ਆਹਤ ਹੈ ਜਾਂ ਅਲੱਗ-ਅਲੱਗ ਰੱਖਦੇ ਹੋ 60 ਜਾਨਵਰਾਂ ਨੂੰ? ਇਹ 1 2 3 ਤੇ 3 6 ਤੇ 7 ਤੇ 8 ਕਮਰੇ ਨੇ। ਅੱਛਾ, ਉਹਨਾਂ 'ਚ ਮਤਲਬ ਵਾੜ ਕੇ ਤੇ ਅੱਗੇ ਤਰਪਾਲਾਂ ਤਰਪੂਲਾਂ ਪਾੜ ਦਿਓ? ਇਹਨਾਂ 'ਚ ਇਸੇ ਤਰ੍ਹਾਂ ਵੀ ਰਹਿਣ ਤੇ ਉਹਨਾਂ ਦੇ ਸਾਹ ਨਾਲ ਹੀ ਹੀਟ ਬੜੀ ਠੀਕ ਹੁੰਦੀ ਹੋ ਗਿਆ। ਬਿਲਕੁਲ ਜਾਨਵਰਾਂ ਦੀ ਹੀਟ ਹੁੰਦੀ ਤੇ ਹੈ। ਜੇ ਜ਼ਿਆਦਾ ਮਲੂਮ ਹੋਏ, ਬਾਰਿਸ਼ ਬੂਰਿਸ਼ ਹੋਏ, ਠੰਡਕ ਜ਼ਿਆਦਾ ਹੋਏ ਤੇ ਫਿਰ ਅੱਗੇ ਆ ਕੱਪੜੇ ਤਾਣ ਛੜੀਦਾ। ਸਹੀ ਹੈ। ਹਾਂਜੀ। ਅੱਛਾ ਚਾਚੂ ਜੀ, ਇਹ ਦੱਸਣਾ ਜੀ ਕਿ ਅਗਰ ਕਿਸੇ ਜਾਨਵਰ ਨੂੰ ਖੁਦਾ ਨਾ ਖਾਸਤਾ ਠੰਡ ਲੱਗ ਜੇ, ਹਾਂਜੀ, ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਇਲਾਜ ਜਨਾਬ ਉਹਨੂੰ ਦੁੱਧ ਗਰਮ ਕਰਕੇ ਵਿੱਚ ਘਿਓ ਪਾ ਕੇ ਤੇ ਵਿੱਚ ਗੁੜ ਪਾ ਕੇ ਦਿਓ। ਤੇ ਘਿਓ ਦੀ ਇੰਨੀ ਹੀਟ ਹੁੰਦੀ ਹੈ ਕਿ ਠੀਕ 1 ਘੰਟੇ ਵਿੱਚ ਉਹਦਾ ਵਜੂਦ ਜਿਹੜਾ ਉਹ ਘੰਟੇ ਤੋਂ ਪਹਿਲੇ ਗਰਮ ਹੋ ਜਾਂਦਾ ਤੇ ਜਾਨਵਰ ਜਿਹੜਾ ਉਹ ਬਿਲਕੁਲ ਠੀਕ ਹੋ ਜਾਂਦਾ। ਨਵੇਂ ਬੰਦੇ ਦੀ ਸਹੂਲਤ ਵਾਸਤੇ ਦੱਸਿਓ ਕਿੰਨਾ ਦੁੱਧ ਹੋਏ, ਕਿੰਨਾ ਘਿਓ ਹੋਏ ਤੇ ਕਿੰਨਾ ਗੁੜ ਹੋਏ? ਉਹ ਜਨਾਬ ਡੰਗਰ ਦੀ ਮਕਦਾਰ ਦੇ ਹਿਸਾਬ ਨਾਲ ਹੈ ਕਿ ਡੰਗਰ ਕਿੰਨਾ ਹੈ, ਕਿੱਡਾ ਕੱਦ ਹੈ ਉਹਦਾ, ਕਿੰਨੀ ਉਮਰ ਦਾ ਹੈ, ਉਹਦੇ ਹਿਸਾਬ ਨਾਲ ਹੁੰਦਾ ਕਿ ਛੋਟਾ ਬੱਚਾ ਹੈ ਜਿਹੜਾ ਉਹਦੇ ਵਾਸਤੇ ਅੱਧਾ ਕਿਲੋ ਜਾਂ ਕਿਲੋ ਦੁੱਧ ਹੋਏ ਮੱਝ ਦਾ।
ਤੇ ਵੱਡਾ ਡੰਗਰ ਜਿਹੜਾ ਉਹਦੇ ਵਾਸਤੇ 2 ਕਿਲੋ ਵੀ ਹੋਏ 3 ਕਿਲੋ ਵੀ ਹੋਏ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਘਿਓ ਦਾ ਵਿੱਚ ਪਾ ਤੋਂ ਘੱਟ ਨਹੀਂ ਪਾਉਣਾ। ਗੁੜ ਦੇ ਅੱਧੇ ਕਿਲੋ ਤੋਂ ਘੱਟ ਨਹੀਂ ਪਾਉਣਾ, ਭਾਵੇਂ ਛੋਟਾ ਡੰਗਰ ਭਾਵੇਂ ਵੱਡਾ। ਨਹੀਂ, ਵੱਡੇ ਡੰਗਰ ਵਾਸਤੇ, ਛੋਟੇ ਡੰਗਰ ਵਾਸਤੇ ਪਾ ਗੁੜ, ਠੀਕ ਹੈ, ਤੇ ਵੱਡੇ ਵਾਸਤੇ ਕਿਲੋ ਤੋਂ ਅੱਧਾ ਕਿਲੋ ਤੇ ਕਿਲੋ। ਠੀਕ ਹੋ ਗਿਆ। ਤੇ ਇਹ ਸਾਰਾ ਕੁਝ ਮਿਕਸ ਕਰ ਲੈਣਾ। ਦੁੱਧ ਨੂੰ ਗਰਮ ਰੱਖਣਾ ਹੈ, ਦੁੱਧ ਥੱਲੇ ਲਾਣਾ ਹੈ, ਉਹਦੇ ਵਿੱਚ ਜਦੋਂ ਗਰਮ ਹੋਏ ਉਹਦੇ ਵਿੱਚ ਘਿਓ ਸੁੱਟ ਦਿਓ, ਪਗਰ ਜਾਏਗਾ, ਉਹਦੇ ਵਿੱਚ ਗੁੜ ਸੁੱਟ ਦਿਓ, ਖੁਰ ਜਾਏਗਾ। ਉਹ ਫਿਰ ਜਦੋਂ ਠੰਡਾ ਹੋ ਜਾਏਗਾ ਥੋੜਾ ਜਿਹਾ, ਤਕਰੀਬਨ ਜਿਹਨੂੰ ਝੱਲ ਜਾਂਦਾ ਮਾਲ, ਕੋਸਾ ਉਹਨੂੰ ਫਿਰ ਤੁਸੀਂ ਦੇਣਾ ਹੈ ਤੇ ਬੰਨ੍ਹ ਦੇਣਾ ਹੈ, ਜਾਂ ਅੰਦਰ ਜਾਂ ਧੁੱਪ 'ਚ ਬੰਨ੍ਹ ਦਿਓ ਤੇ ਫਿਰ ਉਹਦਾ ਵਜੂਦ ਗਰਮ ਹੁੰਦਾ ਹੈ। ਜੇ ਉਹਨੂੰ ਅੰਦਰ ਬੰਨ੍ਹ ਦਿਓ ਤੇ ਉਹਦੇ ਉੱਤੇ ਕੱਪੜਾ ਦੇਣਾ ਪਏਗਾ, ਯਾਨੀ ਕਿ ਭਾਰਾ ਜਿਹਾ ਕੋਈ ਰਜਾਈ ਦੇ ਦਿਓ ਜਿਹਨੂੰ ਜ਼ਿਆਦਾ ਠੰਡ ਲੱਗ ਜਾਂਦੀ ਹੈ। ਉਹ 1 ਘੰਟੇ ਦੇ ਬਾਅਦ ਫਿਰ ਇਨਸ਼ਾਅੱਲਾ ਉਹ ਠੀਕ ਹੋ ਜਾਂਦਾ। ਠੀਕ ਹੋ ਗਿਆ। ਹਾਂਜੀ। ਅੱਛਾ, ਜੇ ਧੁੱਪੇ ਤੇ ਫਿਰ ਧੁੱਪੇ ਬੰਨ ਲਈਏ, ਅਗਰ ਸੂਰਜ ਨਹੀਂ ਨਿਕਲਿਆ ਤੇ ਫਿਰ ਉਹਨੂੰ ਅੰਦਰ ਹੀ ਬੰਨਣਾ ਚਾਹੀਦਾ। ਤੇ ਅਲਾਮਤਾਂ ਵੀ ਦੱਸਿਓ ਕਿ ਅਗਰ ਇੱਕ ਜਾਨਵਰ ਨੂੰ ਠੰਡ ਲੱਗ ਜਾਂਦੀ ਹੈ ਜੀ ਤੇ ਕਿਸ ਤਰ੍ਹਾਂ ਜ਼ਿਮੀਦਾਰ ਭਰਾ ਪਛਾਣਨ ਕਿ ਇਸ ਡੰਗਰ ਨੂੰ ਠੰਡ ਲੱਗੀ ਹੈ ਤਾਂ ਵਾਸਤੇ ਲਿਖਿਆ ਉਹ ਜਨਾਬ ਜਦੋਂ ਠੰਡ ਲੱਗ ਜਾਂਦੀ ਹੈ ਨਾ ਡੰਗਰ ਨੂੰ ਜੀ, ਇੱਕ ਤੇ ਉਹ ਕੰਬਦਾ ਹੈ, ਇੱਕ ਉਹ ਸਿਰ ਥੱਲੇ ਸੁੱਟ ਛੱਡਦਾ ਹੈ ਤੇ ਕੰਨ ਥੱਲੇ ਸੁੱਟ ਦਿੰਦਾ ਹੈ। ਉਹ ਇਸ ਲਈ ਕਿ ਉਹਦਾ ਵਜੂਦ ਹਰਕਤ ਨਹੀਂ ਕਰਦਾ, ਜਿੰਜ ਡੰਗਰ ਬੰਦੇ ਦਾ ਬਲੱਡ ਪ੍ਰੈਸ਼ਰ ਘਟ ਜਾਂਦਾ ਇੰਜ ਹੁੰਦਾ। ਇੱਕ ਹੁੰਦਾ ਹੈ ਕਿ ਜਦੋਂ ਡੰਗਰ ਤੇਜ਼ ਬਲੱਡ ਪ੍ਰੈਸ਼ਰ ਵੀ, ਇਹ ਵੀ ਬਿਮਾਰੀ ਹੈ ਕਿ ਬਲੱਡ ਪ੍ਰੈਸ਼ਰ ਦੀ ਡੰਗਰਾਂ ਨੂੰ ਵੀ ਹੈ। ਅੱਛਾ। ਹਾਂਜੀ। ਬਲੱਡ ਪ੍ਰੈਸ਼ਰ ਦੀ ਡੰਗਰਾਂ ਨੂੰ ਬਿਮਾਰੀ ਵੀ ਆ ਜਾਂਦੀ ਹੈ ਕਿ ਜਿਹਦਾ ਘਟ ਜਾਂਦਾ ਹੈ ਉਹ ਡੰਗਰ ਬਿਲਕੁਲ ਡਾਊਨ ਹੋ ਜਾਂਦਾ, ਜਿੰਜ ਬੰਦਾ ਲੰਮਾ ਪੈ ਰਹਿੰਦਾ ਇਸ ਤਰ੍ਹਾਂ ਡੰਗਰ ਪੈ ਰਹੇਗਾ। ਜੇ ਵੱਧ ਜਾਏਗਾ ਫਿਰ ਵੀ ਉਹਦੇ ਸਿਰ ਨੂੰ ਚੜ੍ਹ ਕੇ ਫਿਰ ਵੀ ਉਹ ਬੇਹੋਸ਼ ਹੋ ਜਾਂਦਾ ਤੇ ਫਿਰ ਵੀ ਉਹ ਸਿਰ ਸੁੱਟ ਕੇ ਲੰਮਾ ਪੈ ਰਹੇਗਾ। ਉਹਦਾ ਅਸਲ ਹੈ ਸਾਡੇ ਕੋਲ ਡਾਕਟਰ ਆਉਂਦੇ ਨੇ, ਉਹ ਫਿਰ ਚੈੱਕ ਕਰਦੇ ਨੇ ਤੇ ਉਹ ਚੈੱਕ ਕਰਨ ਨਾਲ ਸਾਨੂੰ ਵੀ ਪਤਾ ਲੱਗ ਜਾਂਦਾ। ਫਿਰ ਉਹ ਟੀਕੇ ਦਵਾਈਆਂ ਜਿਹੜੀਆਂ ਉਹ ਇਸਤੇਮਾਲ ਕਰਦੇ ਨੇ, ਉਹਨਾਂ ਦੇ ਨਾਲ ਉਹ ਫਿਰ ਅੱਲਾ ਕਰੇ ਤੇ ਠੀਕ ਹੋ ਜਾਂਦੇ ਨੇ। ਉਹਨਾਂ ਦੀ ਬਲੱਡ ਪ੍ਰੈਸ਼ਰ ਦੀ ਜਿਹੜੀ ਹੀਟ ਹੈ ਉਹ ਪੂਰੀ ਹੁੰਦੀ ਹੈ, ਜ਼ਿਆਦਾ ਹੋਏ ਤੇ ਘਟਦੀ ਹੈ ਤੇ ਜੇ ਘੱਟ ਹੋਏ ਤੇ ਫਿਰ ਉਹ ਵੱਧਦੀ ਹੈ। ਦਵਾਈਆਂ ਦੇ ਹਿਸਾਬ ਨਾਲ ਉਹ ਟੀਕੇ ਲਾਉਂਦੇ ਨੇ, ਉਹ ਕਿਹੜੇ ਦਵਾਈਆਂ ਦੇਣਗੇ, ਯਾਨੀ ਕਿ ਵਧਣ ਵਾਲੇ ਦੀ ਵੀ ਤੇ ਘਟਣ ਵਾਲੇ ਦੀ ਵੀ। ਠੀਕ ਹੈ। ਉਹ ਦਵਾਈ ਇਸਤੇਮਾਲ ਕਰਨੇ ਆ ਤੇ ਉਹਦੇ ਨਾਲ ਫਿਰ ਉਹ ਬਲੱਡ ਪ੍ਰੈਸ਼ਰ ਵਧੇ ਜਾਂ ਘਟੇ ਉਹਦਾ ਕੋਈ ਦੇਸੀ ਇਲਾਜ ਨਹੀਂ ਕਰਦੇ ਤੁਸੀਂ? ਦੇਸੀ ਇਲਾਜ ਉਹਦਾ ਇੰਜ ਹੁੰਦਾ ਹੈ ਕਿ ਜੇ ਘਟ ਜਾਏ ਤੇ ਉਹਨੂੰ ਦੁੱਧ ਦੇ ਵਿੱਚ ਆਂਡੇ 2-3 ਪਾ ਕੇ ਤੇ ਵਿੱਚ ਘਿਓ ਪਾ ਕੇ ਦਈਏ ਤੇ ਫਿਰ ਉਹਦਾ ਖੂਨ ਗਰਮ ਹੁੰਦਾ ਹੈ ਤੇ ਉਹਦੀ ਵਜ੍ਹਾ ਨਾਲ ਉਹਦੀ ਹੀਟ ਵੱਧ ਜਾਂਦੀ ਹੈ ਤੇ ਉਹ ਡੰਗਰ ਜਿਹੜਾ ਉਹ ਕਾਇਮ ਹੋ ਜਾਂਦਾ ਹੈ। ਠੀਕ ਹੈ। ਤੇ ਜੇ ਅਗਰ ਵੱਧ ਜਾਏ ਉਹਨੂੰ ਫਿਰ ਉਹ ਠੰਡੀ ਸ਼ਾਇਦ ਦੇਣੀ ਪੈਂਦੀ ਹੈ, ਯਾਨੀ ਕਿ ਕੋਈ ਤਾਰਾ ਮੀਰਾ ਕੁੱਟ ਕੇ ਦੇ ਦਿਓ ਜਾਂ ਕੋਈ। ਤਾਰਾ ਮੀਰਾ ਗਰਮ ਨਹੀਂ ਹੁੰਦਾ? ਨਹੀਂ, ਤਾਰਾ ਮੀਰਾ ਠੰਡਾ ਹੁੰਦਾ ਜੀ। ਠੀਕ ਹੈ। ਬਹੁਤ ਠੰਡਾ ਹੁੰਦਾ, ਇੰਨੀ ਠੰਡੀ ਕੋਈ ਬੂਟੀ ਨਹੀਂ ਜਿੰਨਾ ਤਾਰਾ ਮੀਰਾ ਦਾਣੇ ਠੰਡੇ ਹੁੰਦੇ। ਸਹੀ ਹੋ ਗਿਆ। ਹਾਂਜੀ। ਸਰੋਂ ਦਾ ਤੇਲ ਵੀ ਠੰਡਾ ਹੁੰਦਾ? ਸਰੋਂ ਦਾ ਤੇਲ ਵੀ ਠੰਡਾ ਹੁੰਦਾ। ਠੀਕ ਹੈ। ਔਰ ਲੱਸੀ ਦੇ ਦਈਏ ਉਹ ਵੀ ਠੰਡੀ ਹੁੰਦੀ ਹੈ। ਉਹਦੇ ਨਾਲ ਜਦੋਂ ਦਿਮਾਗ ਨੂੰ ਉਹ ਫਿਰ ਗੈਸ ਜਿਹੜੀ ਉਹ ਲੈਂਦੀ ਹੈ ਤੇ ਫਿਰ ਉਹਦਾ ਬਲੱਡ ਪ੍ਰੈਸ਼ਰ ਜਿਹੜਾ ਉਹ ਪੂਰਾ ਹੋ ਜਾਂਦਾ ਤੇ ਫਿਰ ਡੰਗਰ ਚੱਲ ਪੈਂਦਾ। ਸਹੀ ਹੋ ਗਿਆ। ਠੀਕ ਹੋ ਗਿਆ। ਅੱਛਾ, ਤੇ ਤੁਸੀਂ ਦੱਸ ਰਹੇ ਹੋ ਕਿ ਜਦੋਂ ਸਰਦੀ ਲੱਗਦੀ ਹੈ ਇੱਕ ਤੇ ਜਾਨਵਰ ਥੱਲੇ ਸਿਰ ਸੁੱਟ ਛੱਡਦਾ ਹੈ, ਕੰਨ ਵੀ ਲਟਕਾ ਛੱਡਦਾ ਹੈ, ਔਰ ਕੋਈ ਲੂੰ ਵੀ ਉਹਦੇ ਖਲੇ ਹੋ ਜਾਂਦੇ ਨੇ? ਲੂੰ ਵੀ ਖਲੇ ਹੁੰਦੇ ਨੇ ਉਹਦੇ ਨਾਲ। ਠੀਕ ਹੋ ਗਿਆ। ਅੱਛਾ, ਹੁਣ ਤੁਸੀਂ ਦੱਸ ਦਿਓ ਕਿ ਸਰਦੀਆਂ ਦੇ ਵਿੱਚ ਅਗਰ ਬਲੱਡ ਪ੍ਰੈਸ਼ਰ ਘਟ ਜੇ ਤੇ ਉਹ ਤੇ ਪਤਾ ਚੱਲ ਜਾਂਦਾ ਵੀ ਇਹ ਡੰਗਰ ਨਾਲ ਬਿਲਕੁਲ ਲੰਮਾ ਪੈ ਰਿਹਾ, ਉੱਠਦਾ ਨਹੀਂ ਪਿਆ, ਹੋਸ਼ ਨਹੀਂ ਕਰਦਾ। ਵੱਧ ਜੇ ਤੇ ਉਹਦੀ ਕੀ ਨਿਸ਼ਾਨੀ ਹੈ? ਵੱਧ ਜਾਏ ਤੇ ਉਹਦੇ ਨਾਲ ਸਿਰ ਜਿਹੜਾ ਬਹੁਤ ਸਾਰਾ ਸਗੋਂ ਡਾਊਨ ਹੋ ਜਾਂਦਾ ਹੈ। ਅੱਛਾ। ਇੰਜ ਤੇ ਡੰਗਰ ਥੋੜਾ ਕਾਇਮ ਰਹਿੰਦਾ, ਘਟ ਜਾਏ ਤੇ ਜਿਉਂ ਹੀ ਵੱਧ ਜਾਂਦਾ ਉਹਦੇ ਨਾਲ ਫਿਰ ਬਹੁਤ ਸਾਰਾ ਸਿਰ ਜਿਹੜਾ ਦਿਮਾਗ ਹੈ ਨਾ ਇੰਜ ਹੀ ਹੁੰਦਾ ਕਿ ਡੰਗਰ ਐਸਰੋਂ ਸੁੱਟ ਕੇ ਨਾ ਤੇ ਲੰਮਾ ਪੈ ਰਹੇਗਾ ਜਾਂ ਹੀ ਉਹ ਵਿਲੇਗਾ ਕਿ ਉਹਦੇ ਕੋਲੋਂ ਤੁਰ ਨਹੀਂ ਹੁੰਦਾ, ਵੀ ਉੱਠਣ ਨਹੀਂ ਹੁੰਦਾ, ਵਿਲਦਾ ਜਾਂ ਲੱਤਾਂ ਲੁੱਤਾਂ ਮਾਰਦਾ, ਖਲੋ ਕੇ ਨਹੀਂ ਉਹ ਤੁਰ ਸਕਦਾ। ਅੱਛਾ। ਹਾਂਜੀ, ਜਿੰਜ ਬੰਦੇ ਨਾਲ ਹੁੰਦਾ ਨਾ ਇਸ ਤਰ੍ਹਾਂ ਹੀ ਹੈ। ਇਹ ਵੀ ਬਿਮਾਰੀ ਬੰਦੇ ਵਾਲੀ ਗਈ ਹੈ। ਕਈਆਂ ਨੂੰ ਇੰਨਾ ਵੱਧ ਜਾਂਦਾ ਕਿ ਬੰਦੇ ਨੂੰ ਇੰਜ ਹੋ ਜਾਂਦਾ ਕਿ ਬਲੱਡ ਪ੍ਰੈਸ਼ਰ ਵੱਧ ਗਿਆ ਜੀ, ਸਿਰ ਦੀ ਜੜਿਆਨ ਫੜ ਗਈ। ਇੰਜ ਮਾਲ ਦਾ ਵੀ ਇੰਜ ਹੀ ਹੁੰਦਾ। ਹਾਂਜੀ। ਸਹੀ ਹੈ। ਅੱਛਾ, ਇੱਕ ਬੜਾ ਅਹਿਮ ਵਿੱਚ ਨੁਕਤਾ ਰਹਿ ਗਿਆ ਜੀ। ਬਲੱਡ ਪ੍ਰੈਸ਼ਰ ਜਦੋਂ ਵੱਧ ਜਾਣਾ ਤੇ ਫਿਰ ਉਹਨੂੰ ਠੰਡੀਆਂ ਛਾਵਾਂ ਦੇਣੀਆਂ ਨੇ। ਹਾਂਜੀ। ਤੇ ਸਰਦੀਆਂ ਵਿੱਚ ਵੀ ਠੰਡੀਆਂ ਛਾਵਾਂ ਦੇ ਸਕਦੇ ਆ? ਠੰਡੀਆਂ ਛਾਵਾਂ ਸਰਦੀ ਵਿੱਚ ਨਹੀਂ ਦੇਣੀਆਂ, ਇਸ ਲਈ ਕਿ ਉਦੋਂ ਠੰਡਕ ਹੁੰਦੀ ਹੈ। ਹੋ ਸਕਦਾ ਹੈ ਉਹਦੇ ਨਾਲ ਠੰਡ ਹੋ ਜਾਏ ਤੇ ਠੰਡੀ ਛਾਂ ਤਾਂ ਦੇਣੀ ਡੰਗਰ ਵੱਲ ਵੇਖ ਕੇ ਕਿ ਇਹਨੂੰ ਜ਼ਿਆਦਾ ਨੂੰ ਕਿਸੇ ਗਰਮੀ ਦਾ ਤੇ ਉਹਨੂੰ ਥੋੜ੍ਹੀ ਜਿਹੀ ਜੇ ਚੀਜ਼ ਦੇਣੀ ਹੁੰਦੀ ਹੈ ਠੰਡੀ, ਇਸ ਲਈ ਕਿ ਜੇ ਜ਼ਿਆਦਾ ਠੰਡੀ ਦੇ ਦਈਏ ਤੇ ਡੰਗਰ ਅਸਲ ਫਿਰ ਰਹਿ ਜਾਂਦਾ। ਯਾਨੀ ਕਿ ਬਹੁਤੀ ਸਰਦੀ ਹੈ ਤੇ ਫਿਰ ਵੀ ਠੰਡੀਆਂ ਛਾਵਾਂ ਨਹੀਂ ਦੇਣੀਆਂ ਚਾਹੀਦੀਆਂ। ਉਹ ਜਾਨਵਰ ਦੀ ਤਬੀਅਤ ਵੇਖ ਲੈਣੀ ਹੈ। ਤਬੀਅਤ ਵੇਖ ਲੈਣੀ ਹੈ ਕਿ ਇਹਨੂੰ ਕੀ ਹਾਲਾਤ ਹੈ, ਇਹਨੂੰ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਠੀਕ ਹੈ।
ਤੇ ਜੇ ਚਾਰੇ ਬੰਨੇ ਨਾ ਪੇਸ਼ ਜਾਏ ਤਾਂ ਫਿਰ ਡਾਕਟਰ ਨੂੰ ਸਹਾਰਾ ਫਿਰ ਡਾਕਟਰ ਨੂੰ ਬੁਲਾ ਲੈਣਾ। ਸਹੀ ਹੋ ਗਿਆ, ਠੀਕ ਹੋ ਗਿਆ। ਯਾਨੀ ਕਿ ਇਹ ਸਾਡੇ ਕੋਲ ਇਹ ਅੱਗੋਂ ਇਹ ਤੁਸੀਂ ਸੁਣ ਲਓ ਨਵੀਂ ਗੱਲ। ਜੀ ਜੀ। ਇਹ ਸਾਡੇ ਕੋਲ ਕੁੱਤਾ ਹੈ ਤੁਹਾਡੇ ਸਾਹਮਣੇ ਆ ਜੀ। ਇਹਨੂੰ ਕੁੱਤੇ ਨੂੰ ਨੁਕਸ ਹੋ ਗਿਆ ਜਨਾਬ। ਅੱਛਾ। ਨੁਕਸ ਕਾਹਦਾ ਹੋ ਗਿਆ ਕਿ ਅੱਲਾ ਹੀ ਬਿਹਤਰ ਜਾਣੇ ਕੀ ਹੋਇਆ, ਤੇ ਅਸੀਂ ਸਮਝਦੇ ਹਾਂ ਕਿ ਫੇਟਾ ਇੱਕ ਜ਼ਹਿਰ ਦਾ ਨੁਕਸ ਹੁੰਦਾ। ਅੱਛਾ। ਉਹਦੇ ਨਾਲ ਇਹ ਲੰਮਾ ਪੈ ਗਿਆ, ਨਹੀਂ ਉੱਠਿਆ, ਹੂੰ। ਘੰਟਾ ਵੀ 2-4 ਘੰਟੇ ਵੀ ਨਹੀਂ ਉੱਠਿਆ, ਫਿਰ ਬੁਖਾਰ ਹੋ ਗਿਆ। ਲਓ ਜੀ, ਉਹ ਡਾਕਟਰ ਸਿਆਲਕੋਟ ਜਾਂ ਲਾਹੌਰ ਇਹਦਾ ਮਿਲਦਾ, ਉਹ ਪੈਸੇ ਬਹੁਤ ਜ਼ਿਆਦਾ ਲੈਂਦੇ ਨੇ। ਹੂੰ। ਅਸਾਂ ਇਹਦੇ ਨਾਲ ਇਹ ਕਿਹੜੀ ਨਸਲ ਦਾ ਜੇ? ਇਹ ਲੜਾਈ ਵਾਲਾ ਬੁੱਲੀ ਨਸਲ ਦਾ। ਠੀਕ ਹੋ ਗਿਆ। ਹਾਂਜੀ। ਅੱਛਾ। ਇਹਨੂੰ ਜਨਾਬ ਅਸੀਂ ਮੁੰਡਾ ਗਿਆ ਪਿੰਡ, ਟੀਕੇ ਲਿਆਂਦੇ ਨੇ, ਬੋਤਲਾਂ ਲਿਆਂਦੀਆਂ ਆ ਜਿਹੜੀਆਂ ਲਾਉਂਦੇ ਹੋ, ਯਾਨੀ ਕਿ ਗਲੂਕੋਸ ਜਿਹਨੂੰ ਆਉਂਦੇ ਹੋ ਜੀ। ਬੋਤਲ ਲਾਤੀ ਹੈ ਇੱਕ, ਥੋੜ੍ਹੀ ਦੇਰ ਦੇ ਵਿੱਚ ਇੱਕ ਬੋਤਲ ਅੰਦਰ ਇਹਦੇ ਗਈ ਹੈ। ਥੋੜ੍ਹੀ ਦੇਰ ਦੇ ਬਾਅਦ ਇਹਨੇ ਨਾ ਇੱਕ ਅੱਧੇ ਘੰਟੇ ਦੇ ਬਾਅਦ ਸਿਰ ਚੁੱਕ ਲਿਆ। ਹੂੰ। ਫਿਰ 2-4 ਘੰਟਿਆਂ ਦੇ ਬਾਅਦ ਉੱਠ ਕੇ ਕੁੱਤਾ ਖਲੋ ਗਿਆ। ਹੂੰ। ਫਿਰ ਇਹ ਸ਼ਾਮ ਤੱਕ ਨਾ ਕੁਛ ਠੀਕ ਰਿਹਾ। ਫਿਰ ਇੱਕ ਸੁਬਾਹ ਲਿਆਂਦੀ ਹੈ ਬੋਤਲ, ਫਿਰ ਲਿਆ ਕੇ ਲਾਈ ਹੈ, ਹੂੰ। ਵਿੱਚ ਟੀਕੇ ਸ਼ੀਕੇ ਪਾ ਕੇ ਜਿੰਜ ਬੰਦੇ ਨੂੰ ਲਾਉਂਦੇ ਨੇ ਇੰਜ ਲਾਈ ਹੈ। ਤੇ ਜਨਾਬ 2-3-4 ਦਿਨ ਦੇ ਬਾਅਦ ਸਾਡਾ ਕੁੱਤਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਗਿਆ। ਹਾਂਜੀ। ਠੀਕ ਹੋ ਗਿਆ। ਤੇ ਜ਼ਬਰਦਸਤ ਜ਼ਬਰਦਸਤ। ਹਾਂਜੀ। ਤੇ ਦੂਸਰਾ ਇਹ ਵੀ ਕਿ ਬਹੁਤ ਸਾਰੀ ਦੁਨੀਆ ਪੂਰੇ ਇਲਾਕਿਆਂ ਦੀ ਜਿਹੜੀ ਸਾਡੇ ਕੋਲ ਕੁੱਤਿਆਂ ਦੇ ਸ਼ਿਕਾਰ ਵਾਲੇ ਲੋਕ, ਵੱਡੇ ਤੋਂ ਵੱਡੇ, ਜਿਹਦੀ 50 ਮਰਬੇ ਜ਼ਮੀਨ ਹੈ ਉਹ ਵੀ ਆਉਂਦਾ, ਕੀ ਬਾਤ, ਜਿਹਦੀ 10 ਮਰਬੇ ਉਹ ਵੀ ਆਉਂਦਾ ਕੁੱਤੇ ਵੇਖਣ, ਕੀ ਬਾਤ। ਜਿਹਦੀ 1 ਮਰਬਾ ਹੈ ਉਹ ਵੀ ਆਉਂਦਾ, ਜਿਹਦਾ ਕੱਖ ਵੀ ਨਹੀਂ ਉਹ ਵੀ ਸ਼ਿਕਾਰੀ ਆਉਂਦਾ। ਹੂੰ। ਆਣ ਕੇ ਤੇ ਕੁੱਤੇ ਵੇਖਦੇ ਰਹਿੰਦੇ ਨੇ ਸਾਰੀ ਦਿਹਾੜੀ। ਹੂੰ। ਤੇ ਸ਼ਾਮ ਤੱਕ ਨਾ ਚਲੋ ਉਹਨਾਂ ਨੂੰ ਪਾਣੀ ਧਾਣੀ ਰੋਟੀ ਟੁੱਕਰ ਚਾਹ ਸ਼ਾਹ ਦਾ ਨਿਜ਼ਾਮ ਜਿਹੜਾ ਉਹ ਰੱਖਿਆ ਦਾ, ਉਹ ਫਿਰ ਉਹਨਾਂ ਨੂੰ ਦੇਣਾ ਪੈਂਦਾ ਹੈ। ਸਹੀ। ਫਿਰ ਆਮ ਪਾਕਿਸਤਾਨ 'ਚ ਸਾਡਾ ਸ਼ਿਕਾਰ ਆਮ ਮਸ਼ਹੂਰ ਹੈ। ਅੱਛਾ। ਹਾਂਜੀ। ਕਾੜੇ ਜਾ ਕੇ ਪੁੱਛ ਲਿਓ ਤੁਸੀਂ, ਉੱਥੇ ਤੁਹਾਨੂੰ ਦੱਸਣਗੇ ਕਿ ਉਹ ਕਾਲਾ ਕੁੱਤਾ ਕੁੰਡਿਆਂ ਵਾਲਾ ਜਿਹੜਾ ਹੈ, ਕਿਸੇ ਸ਼ਿਕਾਰੀ ਕੋਲੋਂ ਹੀ ਪੁੱਛਣਾ, ਜੇ ਦੂਸਰਿਆਂ ਲੋਕਾਂ ਨੂੰ ਕੀ ਪਤਾ। ਹਾਂ, ਨਹੀਂ ਉਹਨਾਂ ਨੂੰ ਪਤਾ, ਇਹ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ। ਹਾਂਜੀ, ਕਿਸੇ ਕੋਲ ਕੁੱਤਾ ਹੋਏਗਾ ਨਾ ਤੇ ਉਹਨੂੰ ਪੁੱਛਿਓ। ਤੇ ਤੁਸੀਂ ਕੁੰਡਿਆਂ ਦੇ ਨਾਂ ਤੋਂ ਮਸ਼ਹੂਰ ਹੋ। ਕੁੰਡਿਆਂ ਵਾਲਾ ਡੇਰਾ ਜਿਹੜਾ ਹੈ ਉਹ ਕਿੱਥੇ ਹੈ, ਕੁੰਡੇ ਕਿਹੜੇ ਨੇ, ਉਹ ਕੌਣ ਨੇ, ਉਹ ਕਿੱਥੇ ਨੇ, ਉਹ ਕਿੱਥੋਂ ਦੇ ਨੇ, ਉਹ ਤੁਹਾਨੂੰ ਲੋਕ ਦੱਸ ਦੇਣਗੇ। ਉਹ ਇੱਧਰ ਸਿਆਲਕੋਟ ਦੇ ਜ਼ਿਲ੍ਹੇ ਦੇ ਨੇ, ਤੇ ਸਿਆਲਕੋਟ ਦੇ ਵਿੱਚ ਹੀ ਉਹਨਾਂ ਦਾ ਪਿੰਡ ਹੈ। ਇੱਧਰ ਕਈਆਂ ਨੂੰ ਤੇ ਨਹੀਂ ਨਾ ਪਤਾ, ਜਿਹੜੇ ਤੇ ਕਈਆਂ ਨੇ ਉੱਥੇ ਪਿੰਡ ਲੜਾਈ ਦੇ ਵਿੱਚ ਵੇਖਿਆ ਦਾ ਨਾ, ਉੱਥੋਂ ਹੀ ਉਹ ਨਾਂ ਪੈ ਲੈਂਦੇ ਨੇ। ਠੀਕ ਹੋ ਗਿਆ। ਹਾਂਜੀ। ਠੀਕ ਹੋ ਗਿਆ। ਸੁਣਿਆ ਤੇ ਉਹ ਪੇ ਨਾਲ ਲੈਂਦੇ। ਹਾਂਜੀ। ਠੀਕ ਹੋ ਗਿਆ ਚਾਚੂ ਜੀ, ਚਾਚੂ ਜੀ ਠੀਕ ਹੋ ਗਿਆ।